ਅੱਜ ਦੀ ਕਲਾਸ ਦੇ ਵਿੱਚ ਆਪਾਂ ਗੱਲ ਕਰਾਂਗੇ ਰਾਈਟਿੰਗ ਟਾਸਕ 2। ਆਪਾਂ ਇਫੈਕਟਿਵਲੀ ਰਾਈਟਿੰਗ ਟਾਸਕ 2 ਨੂੰ ਕਿੱਦਾਂ ਅਟੈਂਪਟ ਕਰਨਾ, ਉਹ ਕਿਹੜੇ ਪੁਆਇੰਟਸ ਆ ਜਿਨ੍ਹਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਜਦੋਂ ਤੁਸੀਂ ਰਾਈਟਿੰਗ ਟਾਸਕ 2 ਅਟੈਂਪਟ ਕਰਨਾ ਹੈ, ਐਸੇ ਨੂੰ ਲਿਖਣਾ ਹੈ। ਕਿਹੜੇ ਤੁਸੀਂ ਫਰੇਜ਼ਿਸ ਯੂਜ਼ ਕਰ ਸਕਦੇ ਆ ਜਾਂ ਕਿਹੜੀ ਤੁਸੀਂ ਲਿੰਕਿੰਗ ਵਰਡ ਯੂਜ਼ ਕਰਨਾ ਜਦੋਂ ਤੁਸੀਂ ਪੈਰਾਗ੍ਰਾਫ ਚੇਂਜ ਕਰਨਾ ਜਾਂ ਜਦੋਂ ਸਟਾਰਟਿੰਗ ਕਰਨੀ ਹੈ। ਅੱਜ ਆਪਾਂ ਉਹ ਸਾਰੀਆਂ ਚੀਜ਼ਾਂ ਡਿਸਕਸ ਕਰਾਂਗੇ। ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਕਿ ਬੇਸਿਕਸ ਕੀ ਬੇਸਿਕ ਨੇ ਰਾਈਟਿੰਗ ਟਾਸਕ 2 ਦੇ ਵਿੱਚ, ਕਿੰਨੇ ਆਪਾਂ ਵਰਡ ਲਿਮਿਟ ਕਿੰਨੀ ਹੁੰਦੀ ਆ, ਕਿੰਨਾ ਟਾਈਮ ਆਪਾਂ ਇਹਦੇ 'ਚ ਆਪਾਂ ਨੂੰ ਮਿਲਦਾ ਹੈ ਅਟੈਂਪਟ ਕਰਨ ਲਈ, ਟਾਈਪਸ ਆਫ ਐਸੇ ਆ, ਡਿਫਰੈਂਟ ਟਾਈਪਸ ਆਫ ਐਸੇਜ਼ ਨੂੰ ਆਪਾਂ ਕਿੱਦਾਂ ਅਟੈਂਪਟ ਕਰ ਸਕਦੇ ਹਾਂ। ਸੋ ਅੱਜ ਆਪਾਂ ਓਵਰਆਲ ਗੱਲ ਕਰਾਂਗੇ ਕਿ ਜਦੋਂ ਤੁਸੀਂ ਸਟਰਕਚਰ ਨੂੰ ਫੋਲੋ ਕਰਨਾ ਤਾਂ ਉਦੋਂ ਜਦੋਂ ਤੁਸੀਂ ਬੋਡੀ ਪੈਰਾਗ੍ਰਾਫ ਲਿਖਣੇ ਆ ਜਾਂ ਇੰਟਰੋਡਕਸ਼ਨ ਤੁਸੀਂ ਅਟੈਂਪਟ ਕਰਨੀ ਆ, ਉਹਨੂੰ ਤੁਸੀਂ ਕਿਸ ਵੇ ਦੇ ਨਾਲ ਲਿਖਣਾ, ਕਿੰਨੀ ਕੁ ਤੁਹਾਡੀ ਲਿਮਿਟ ਹੋਣੀ ਚਾਹੀਦੀ ਆ, ਔਰ ਤੁਸੀਂ ਆਪਣੀ ਰਾਈਟਿੰਗ ਟਾਸਕ 2 ਨੂੰ ਚੈੱਕ ਕਿੱਦਾਂ ਕਰਨਾ, ਆਪਣੀਆਂ ਪ੍ਰੋਬਲਮਸ ਨੂੰ ਫਾਈਂਡ ਆਊਟ ਕਰਨਾ ਹੈ ਕਿ ਮੇਰੀ ਐਸੇ ਦੇ ਵਿੱਚ ਇਹ ਪ੍ਰੋਬਲਮ ਰਹਿ ਜਾਂਦੀ ਹੈ ਤਾਂ ਉਸ ਚੀਜ਼ ਨੂੰ ਮੈਂ ਕਿੱਦਾਂ ਖਤਮ ਕਰ ਸਕਦਾ, ਮੈਂ ਜਾਂ ਕਿੱਦਾਂ ਚੈੱਕ ਕਰ ਸਕਦਾ ਹੈ। ਤਾਂ ਉਹ ਸਾਰੀਆਂ ਚੀਜ਼ਾਂ ਆਪਾਂ ਅੱਜ ਡਿਸਕਸ ਕਰਾਂਗੇ ਵਨ ਬਾਏ ਵਨ। ਫਸਟ ਆਫ ਆਲ ਆਪਾਂ ਡਿਸਕਸ ਕਰਾਂਗੇ ਸਮ ਇੰਪੋਰਟੈਂਟ ਥਿੰਗਸ ਟੂ ਡੂ। ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਧਿਆਨ ਦੇ ਵਿੱਚ, ਕਿਹੜੇ ਸਟੈਪਸ ਆ ਉਹ ਰੱਖਣੇ ਆ ਜਦੋਂ ਤੁਸੀਂ ਰਾਈਟਿੰਗ ਟਾਸਕ 2 ਅਟੈਂਪਟ ਕਰਨਾ। ਫਸਟ ਇਟ ਇਜ਼ ਕੰਟਰੈਕਸ਼ਨਸ ਆਰ ਨਾਟ ਅਲਾਉਡ। ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਇਹਦੇ ਵਿੱਚ ਫਾਰਮਲ ਲਿਖਣੀ ਆਪਾਂ, ਜਿਹੜੀ ਵਰਡਿੰਗ ਉਹ ਫਾਰਮਲ ਯੂਜ਼ ਕਰਨੀ ਆ। ਸੋ ਕੰਟਰੈਕਸ਼ਨਸ ਨਾਟ ਅਲਾਉਡ। ਕੰਟਰੈਕਸ਼ਨਸ ਕੀ ਹੁੰਦਾ, ਆਪਾਂ ਪਹਿਲਾਂ ਵਾਲੀਆਂ ਵੀਡੀਓਜ਼ ਦੇ ਵਿੱਚ ਵੀ ਡਿਸਕਸ ਕੀਤਾ। ਕੰਟਰੈਕਸ਼ਨਸ ਹੁੰਦਾ ਕਿ ਕਿਸੇ ਵੀ ਚੀਜ਼ ਦਾ ਸ਼ਾਰਟ ਫਾਰਮ, ਜਿਸ ਤਰ੍ਹਾਂ ਹੀ ਇਜ਼ ਲਿਖਣਾ, ਉਹਦੀ ਜਗ੍ਹਾ ਆਪਾਂ ਹੀ ਇਜ਼ ਲਿਖਤਾ, ਔਰ ਆਪਾਂ ਡੂ ਨਾਟ ਲਿਖਣਾ, ਉਹਦੀ ਜਗ੍ਹਾ ਡੋਂਟ ਲਿਖਤਾ, ਹੈਜ਼ਨਟ। ਸੋ ਜਿਹੜੇ ਇਹ ਕੰਟਰੈਕਸ਼ਨਸ ਆ ਇਹ ਆਪਾਂ ਯੂਜ਼ ਨਹੀਂ ਕਰਨੀ। ਹੀ ਇਜ਼, ਹੀ ਵਾਜ਼, I am, पूरा अपना वर्ड अलग अलग, do not, he is, she is, ਤਾਂ ਇਦਾਂ ਆਪਾਂ ਪੂਰਾ ਡਿਟੇਲ ਦੇ ਵਿੱਚ ਕੰਪਲੀਟ ਵਰਡ ਲਿਖਣਾ ਹੈ, ਕੋਈ ਸ਼ਾਰਟ ਫਾਰਮ ਨਹੀਂ ਯੂਜ਼ ਕਰਨੀ, ਕਿਸੇ ਤਰ੍ਹਾਂ ਦੇ ਕੰਟਰੈਕਸ਼ਨਸ ਯੂਜ਼ ਨਹੀਂ ਕਰਨੇ ਰਾਈਟਿੰਗ ਟਾਸਕ 2 ਦੇ ਵਿੱਚ। ਇਹ ਚੀਜ਼ ਤੁਹਾਡਾ ਬੈਂਡ ਸਕੋਰ ਘਟਾਉਂਦੀ ਹੈ। ਸੈਕੰਡ ਥਿੰਗ ਇਜ਼ ਡੋਂਟ ਯੂਜ਼ ਇਨਫਾਰਮਲ ਲੈਂਗੁਏਜ। ਆਪਾਂ ਇਹਦੇ ਵਿੱਚ ਇਨਫਾਰਮਲ ਲੈਂਗੁਏਜ ਕਿਉਂ ਨਹੀਂ ਯੂਜ਼ ਕਰਨੀ, ਕਿਉਂਕਿ ਇਹਦੇ ਵਿੱਚ ਕੀ ਆਪਾਂ ਕਿਸੇ ਐਜੂਕੇਟਡ, ਵੈਲ ਐਜੂਕੇਟਡ ਪਰਸਨ ਨੂੰ ਆਪਾਂ ਲਿਖ ਰਹੇ ਹਾਂ। ਹੋ ਸਕਦਾ ਆਪਾਂ ਉਹ ਆਪਣੇ ਫੀਲਡ ਦਾ ਨਹੀਂ ਹੈਗਾ ਜਾਂ ਕੁਛ ਵੀ ਆ, ਬਟ ਆਪਾਂ ਕਿਸੇ ਐਜੂਕੇਟਡ ਨॉन ਸਪੈਸ਼ਲਿਸਟ ਪਰਸਨ ਨੂੰ ਲਿਖ ਰਹੇ ਹਾਂ। ਆਪਣੇ ਲਈ ਉਹ ਸਟ੍ਰੇਂਜਰ ਆ, ਆਪਾਂ ਉਹ ਪਰਸਨ ਨੂੰ ਜਾਣਦੇ ਨਹੀਂ। ਸੋ ਆਪਾਂ ਉਹਦੀ ਜਗ੍ਹਾ ਇਨਫਾਰਮਲ ਲੈਂਗੁਏਜ ਯੂਜ਼ ਨਹੀਂ ਕਰ ਸਕਦੇ। ਸੋ ਆਲਵੇਜ਼ ਯੂਜ਼ ਫਾਰਮਲ ਲੈਂਗੁਏਜ। ਤਾਂ ਇਸ ਚੀਜ਼ ਦਾ ਧਿਆਨ ਰੱਖਣਾ, ਇਨਫਾਰਮਲ ਨਹੀਂ ਜਾਣਾ। ਇਨਫਾਰਮਲ ਆਪਾਂ ਜਨਰਲ ਟ੍ਰੇਨਿੰਗ ਵਾਲੇ ਸਟੂਡੈਂਟ ਆ, ਔਰ ਜਦੋਂ ਰਾਈਟਿੰਗ ਟਾਸਕ 1 ਦੇ ਵਿੱਚ ਇਨਫਾਰਮਲ ਲੈਟਰ ਦੇ ਵਿੱਚ ਤੁਸੀਂ ਜੋ ਵੇ ਲਿਖਣਾ ਹੈ, ਉਸ ਤਰ੍ਹਾਂ ਦਾ ਕੋਈ ਵੀ ਵੇ ਜਿਹੜਾ ਫਰੈਂਕਲੀ ਜਾਂ ਫਰੈਂਡਲੀ ਵੇ ਯੂਜ਼ ਤੁਸੀਂ ਨਹੀਂ ਕਰਨਾ। ਸਪੈਸੀਫਿਕ ਵਰਡਸ ਤੁਸੀਂ ਯੂਜ਼ ਕਰਨੇ ਆ ਤਾਂ ਕਿ ਜਿਹੜਾ ਤੁਹਾਡਾ ਪੈਟਰਨ ਆ ਉਹ ਇਨਫਾਰਮਲ ਨਾ ਲੱਗੇ। ਨੈਕਸਟ ਥਿੰਗ ਇਜ਼ ਯੂਜ਼ ਸਿਨੋਨਿਮਸ ਵੈਨ ਪੋਸੀਬਲ। ਤਾਂ ਇੱਕ ਹੀ ਵਰਡ ਨੂੰ ਆਪਾਂ ਬਾਰ-ਬਾਰ ਰਿਪੀਟ ਨਹੀਂ ਕਰਨਾ। ਸੋ ਉਸ ਚੀਜ਼ ਦੇ ਤੁਸੀਂ ਸਿਨੋਨਿਮਸ ਯੂਜ਼ ਕਰਨੇ ਆ। ਫੋਰ ਐਗਜ਼ਾਮਪਲ ਸਟੱਡੀ ਦੀ ਗੱਲ ਆ ਗਈ, ਸਟੱਡੀ ਦੀ ਜਗ੍ਹਾ ਤੇ ਤੁਸੀਂ ਐਜੂਕੇਸ਼ਨ ਜਾਂ ਅਲੱਗ-ਅਲੱਗ ਤੁਸੀਂ ਸਿਨੋਨਿਮਸ ਯੂਜ਼ ਕਰ ਸਕਦੇ ਆ। ਮੇਨ ਕੀ ਗੱਲ ਹੁੰਦੀ ਆ ਕਿ ਇੰਟਰੋਡਕਸ਼ਨ ਦੇ ਵਿੱਚ ਸਟੂਡੈਂਟਸ ਨੂੰ ਪ੍ਰੋਬਲਮ ਆਉਂਦੀ ਆ, ਜਾਂ ਤੁਸੀਂ ਉਹੀ ਚੀਜ਼ ਜਿਹੜੀ ਸਟੇਟਮੈਂਟ ਆ ਉਹਨੂੰ ਤੁਸੀਂ ਕਾਪੀ ਕਰ ਲੈਂਦੇ ਆ, ਉੱਦਾਂ ਤੁਸੀਂ ਨਹੀਂ ਕਰਨਾ। ਨੈਵਰ ਕਾਪੀ ਟੌਪਿਕ। ਮੇਨ ਇਹ ਚੀਜ਼ ਇੰਟਰੋਡਕਸ਼ਨ ਦੇ ਵਿੱਚ ਸਟੂਡੈਂਟ ਕਰਦੇ ਆ ਕਿ ਜੋ ਸਟੇਟਮੈਂਟ ਦਿੱਤੀ ਹੁੰਦੀ ਆ ਉਸੇ ਚੀਜ਼ ਨੂੰ ਹੀ ਸੇਮ ਇੰਟਰੋਡਕਸ਼ਨ ਦੇ ਵਿੱਚ ਲਿਖ ਦਿੰਦੇ ਆ। ਸੋ ਜਿਹੜਾ ਤੁਹਾਡਾ ਟੌਪਿਕ ਆ ਉਹਨੂੰ ਤੁਸੀਂ ਕਾਪੀ ਨਹੀਂ ਕਰਨਾ, ਔਰ ਜਿਹੜੇ ਸਿਨੋਨਿਮਸ ਯੂਜ਼ ਕਰਕੇ ਆਪਣਾ ਇੰਟਰੋਡਕਸ਼ਨ ਦੇ ਵਿੱਚ ਸਟੇਟਮੈਂਟ ਨੂੰ ਚੇਂਜ ਕਰਕੇ ਲਿਖਣਾ। ਐਸ ਸੱਚ ਸਟੇਟਮੈਂਟ ਨਾ ਹੀ ਤੁਸੀਂ ਕਨਕਲੂਜਨ ਦੇ ਵਿੱਚ ਲਿਖਣੀ ਆ, ਨਾ ਹੀ ਕਿਸੇ ਬੋਡੀ ਪੈਰਾਗ੍ਰਾਫ ਦੇ ਵਿੱਚ ਲਿਖਣਾ, ਔਰ ਨਾ ਹੀ ਇੰਟਰੋਡਕਸ਼ਨ ਦੇ ਵਿੱਚ ਲਿਖਣਾ। ਇਸ ਚੀਜ਼ ਦਾ ਧਿਆਨ ਰੱਖਣਾ। ਪਰਟੀਕੂਲਰ ਸਟੇਟਮੈਂਟ ਨੂੰ ਤੁਸੀਂ ਉਸੇ ਤਰ੍ਹਾਂ ਹੀ ਕਾਪੀ ਪੇਸਟ ਨਹੀਂ ਕਰਨਾ। ਜੋ ਉਹਦੇ ਵਿੱਚ ਕੀਵਰਡਸ ਦਿੱਤੇ ਆ ਉਹਨਾਂ ਨੂੰ ਪਹਿਲਾਂ ਫਾਈਂਡ ਆਊਟ ਕਰੋ, ਉਹਨਾਂ ਨੂੰ ਫਾਈਂਡ ਆਊਟ ਕਰਕੇ ਉਹਨਾਂ ਦੇ ਸਿਨੋਨਿਮਸ ਯੂਜ਼ ਕਰੋ, ਤਾਂ ਉਹਦੇ ਨਾਲ ਕੀ ਥੋੜਾ ਚੇਂਜ ਹੋ ਜਾਊਗਾ, ਔਰ ਮੀਨਿੰਗ ਵੀ ਚੇਂਜ ਨਹੀਂ ਹੋਣਾ ਚਾਹੀਦਾ। ਇਹ ਗੱਲ ਦਾ ਵੀ ਧਿਆਨ ਚ ਰੱਖਣਾ ਹੈ ਕਿ ਇਹ ਨਹੀਂ ਹੈ ਕਿ ਤੁਸੀਂ ਵਰਡ ਚੇਂਜ ਕਰਨ ਦੇ ਚੱਕਰ 'ਚ ਸਟੇਟਮੈਂਟ ਦਾ ਜਿਹੜਾ ਮੀਨਿੰਗ ਵੀ ਆ ਉਹ ਚੇਂਜ ਕਰ ਦਿਓ। ਇੱਦਾਂ ਵੀ ਨਹੀਂ ਕਰਨਾ, ਬਟ ਸੇਮ ਵੀ ਨਹੀਂ ਕਾਪੀ ਕਰਨਾ। ਇਸ ਚੀਜ਼ ਨੂੰ ਧਿਆਨ 'ਚ ਰੱਖਿਓ। ਨੈਕਸਟ ਹੈਗਾ ਦਾ ਇੰਟਰੋਡਕਸ਼ਨ ਸ਼ੁੱਡ ਬੀ 35 to 50 ਵਰਡਸ ਲੌਂਗ। ਜ਼ਿਆਦਾ ਲੰਬੀ ਇੰਟਰੋਡਕਸ਼ਨ ਨਹੀਂ ਲਿਖਣੀ, ਕਿਉਂਕਿ ਜਿਹੜਾ ਇੰਟਰੋਡਕਸ਼ਨ ਆ ਉਹਦੇ ਤੋਂ ਹੀ ਤੁਹਾਡਾ ਜਿਹੜਾ ਇਫੈਕਟ ਪੈਣਾ ਹੈ ਕਿ ਹਾਂ ਕਿ ਇਹ ਬੰਦਾ ਇਫੈਕਟਿਵ ਲਿਖ ਰਿਹਾ ਜਾਂ ਕੁਛ ਵੀ ਹੈ। ਸੋ ਜਿਹੜੀ ਇੰਟਰੋਡਕਸ਼ਨ ਆ ਉਹ ਤੁਸੀਂ ਜ਼ਿਆਦਾ ਲੰਬੀ ਨਹੀਂ ਲਿਖਣੀ। ਇਹ 3 to 4 ਲਾਈਨਸ ਦੇ ਵਿੱਚ ਤੁਹਾਡੇ 35 to 50 ਵਰਡਸ
ਕੰਪਲੀਟ ਹੋ ਜਾਣਗੇ, ਇਸ ਤੋਂ ਲੰਬੀ ਇੰਟਰੋਡਕਸ਼ਨ ਨਹੀਂ ਲਿਖਣੀ। ਨੈਕਸਟ, ਅਵੋਇਡ ਯੂਜ਼ਿੰਗ ਟੈਂਪਲੇਟਸ ਔਰ ਮੈਮੋਰਾਈਜ਼ਡ ਆਈਟਮਸ। ਸੇਮ ਅਗੇਨ ਇਹ ਚੀਜ਼ ਕੀ ਹੈ, ਇੰਟਰੋਡਕਸ਼ਨ ਦੇ ਵਿੱਚ ਆ ਜਾਂਦੀ ਹੈ। ਇੰਟਰੋਡਕਸ਼ਨ ਦੇ ਵਿੱਚ ਕੀ ਤੁਸੀਂ ਜਰਨਲ ਵਿਊ ਦੇਣਾ, ਜੋ ਤੁਹਾਡਾ ਮਾਈਂਡ ਸੈਟਅਪ ਆ, ਕਿਉਂਕਿ ਜਿਹੜਾ ਐਗਜ਼ਾਮੀਨਰ ਬੈਠਾ ਉਹ ਤੁਹਾਡਾ ਇੰਗਲਿਸ਼ ਦਾ ਲੈਵਲ ਚੈੱਕ ਕਰਨ ਨੂੰ ਬੈਠਾ ਹੈ ਕਿ ਤੁਸੀਂ ਕੀ ਦੇਖਦੇ ਹੋ, ਕੀ ਸੋਚਦੇ ਆ, ਤੁਸੀਂ ਉਸ ਟੌਪਿਕ ਨੂੰ ਕਿੱਦਾਂ ਲੈ ਸਕਦੇ ਹੋ। ਸੋ ਤੁਸੀਂ ਕੋਈ ਵੀ ਟੈਂਪਲੇਟ ਯਾਦ ਨਹੀਂ ਕਰਨਾ। ਸਟੂਡੈਂਟ ਕੀ ਕਰਦੇ ਆ ਕਿ ਮੈਂ ਰਾਈਟਿੰਗ ਨੂੰ ਇਫੈਕਟਿਵ ਬਣਾਉਣ ਲਈ ਮੈਂ ਇਹ ਟੈਂਪਲੇਟ 10 ਯਾਦ ਕਰ ਲਈਆਂ, ਇਹ ਐਜੂਕੇਸ਼ਨ ਨਾਲ ਰਿਲੇਟਡ ਆ, ਇਹ ਸੌਰੀ ਆਪਾਂ ਟੈਕਨੋਲੋਜੀ ਨਾਲ ਰਿਲੇਟਡ ਹੋ ਗਈਆਂ, ਇਨਵਾਇਰਮੈਂਟਲ ਪ੍ਰੋਬਲਮ ਨਾਲ ਰਿਲੇਟਡ ਹੋ ਗਈਆਂ। ਸੋ ਮੈਮੋਰਾਈਜ਼ ਕਰ ਲੈਂਦੇ, ਉਹਨੂੰ ਯਾਦ ਕਰ ਲੈਂਦੇ, ਰਟੀਆਂ ਰਟਾਈਆਂ 8-10 ਲਾਈਨਾਂ ਯਾਦ ਕਰ ਲਈਆਂ। ਚਲੋ ਜੀ, ਜਦੋਂ ਇੰਟਰੋਡਕਸ਼ਨ ਸਟਾਰਟ ਕਰਨੀ ਹੈ ਮੈਂ ਇਹ ਲਾਈਨਾਂ ਉੱਦਾਂ ਹੀ ਲਿਖ ਦਿੰਦੀਆਂ। ਲੋ, ਇੱਦਾਂ ਬਿਲਕੁਲ ਨਹੀਂ ਕਰਨਾ। ਹਾਂ, ਅਗਰ ਤੁਸੀਂ ਕੋਈ ਵੀ ਈਡੀਐਮ ਯੂਜ਼ ਕਰਦੇ ਹੋ ਜਾਂ ਕੁਛ ਕਰਦੇ ਹੋ, ਉਹਨਾਂ ਚੀਜ਼ਾਂ ਨੂੰ ਬੋਡੀ ਪੈਰਾਗ੍ਰਾਫ ਦੇ ਵਿੱਚ ਯੂਜ਼ ਕਰਨਾ। ਕੋਈ ਵੀ ਮੈਮੋਰਾਈਜ਼ਡ, ਕੋਈ ਰੱਟਾ ਲਗਾਈ ਹੋਈ ਚੀਜ਼, ਕੋਈ ਯਾਦ ਕੀਤੀ ਹੋਈ ਲਾਈਨ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਯੂਜ਼ ਨਹੀਂ ਕਰਨੀ। ਇਹ ਜਦੋਂ ਸਟੂਡੈਂਟ ਕੀ ਕਰਦੇ ਆ ਕਿ ਉਹੀ ਰੱਟਾ ਰਟਾਈਆਂ ਜਿਹੜੀਆਂ 8-10 ਲਾਈਨਾਂ ਜਿਹੜਾ ਐਸੇ ਆ ਗਿਆ ਉਹਦੇ ਵਿੱਚ ਪੇਸਟ ਕਰ ਦਿੰਦੇ ਆ, ਔਰ ਉਹਦੇ ਨਾਲ ਕੀ ਹੈ, ਤੁਹਾਡਾ ਬੈਂਡ ਸਕੋਰ 5.5 ਇੱਥੋਂ ਤੱਕ ਹੀ ਰਹਿ ਜਾਂਦਾ, ਕਿਉਂਕਿ ਐਗਜ਼ਾਮੀਨਰ ਨੂੰ ਲੱਗਦਾ ਕਿ ਇਸ ਬੰਦੇ ਨੇ ਇਹ ਚੀਜ਼ ਕ੍ਰੈਮ ਕੀਤੀ ਹੋਈ ਆ ਔਰ ਉਹਦੇ ਅਕੋਰਡਿੰਗ ਹੀ ਉਸ ਚੀਜ਼ ਨੂੰ ਉਹਨੇ ਯਾਦ ਕਰਕੇ ਔਰ ਉੱਥੇ ਲਿਖਤਾ। ਬਟ ਇਨ ਦੇ ਆਇਲਸ ਹੈ ਕੀ ਆ, ਬੇਸਿਕਲੀ ਇਹ ਕੀ ਆ, ਤੁਹਾਡਾ ਲੈਵਲ ਆ, ਇੱਕ ਲੈਂਗੁਏਜ ਪ੍ਰੋਫੀਸ਼ੀਐਂਸੀ ਟੈਸਟ ਆ। ਐਗਜ਼ਾਮੀਨਰ ਨੇ ਤੁਹਾਡਾ ਲੈਵਲ ਆਫ ਚੈੱਕ ਕਰਨਾ ਹੈ ਕਿ ਲੈਵਲ ਆਫ ਨੌਲੇਜ ਕੀ ਆ ਤੁਹਾਡਾ, ਇੰਗਲਿਸ਼ ਤੇ ਕਮਾਂਡ ਕੀ ਆ, ਤੁਸੀਂ ਕਿਹੜੀ ਗ੍ਰਾਮਰ ਯੂਜ਼ ਕਰ ਰਹੇ ਹੋ। ਸੋ ਇਹ ਗੱਲ ਦੀ ਕੋਸ਼ਿਸ਼ ਨਹੀਂ ਕਰਨੀ ਕਿ ਤੁਸੀਂ ਆਪਣੇ ਆਪ ਹੀ ਰਟੀਆਂ ਰਟਾਈਆਂ ਲਾਈਨਾਂ ਉੱਦਾਂ ਹੀ ਇੰਟਰੋਡਕਸ਼ਨ ਦੇ ਵਿੱਚ ਸਟਾਰਟ ਕਰ ਦਿਓ, ਇਸ ਤਰ੍ਹਾਂ ਨਹੀਂ ਕਰਨਾ। ਸੋ ਕੋਸ਼ਿਸ਼ ਇਹ ਕਰੋ ਕਿ ਅਗਰ ਤੁਹਾਨੂੰ ਲੱਗਦਾ ਕਿ ਮੇਰੇ ਤੋਂ ਇੰਟਰੋਡਕਸ਼ਨ ਨਹੀਂ ਬਣਦੀ, ਸੋ ਜਿਹੜੀ ਉਹ ਸਟੇਟਮੈਂਟ ਆ ਉਸੇ ਚੀਜ਼ ਨੂੰ ਹੀ ਮੋਲਡ ਕਰਕੇ ਸਿਨੋਨਿਮਸ ਯੂਜ਼ ਕਰਕੇ ਤੇ ਉਹਨੂੰ ਤੁਸੀਂ ਆਪਣਾ ਇੰਟਰੋਡਕਸ਼ਨ ਦੇ ਵਿੱਚ ਉਸੇ ਤਰ੍ਹਾਂ ਹੀ ਯੂਜ਼ ਕਰ ਸਕਦੇ ਹੋ, ਉਹਦੇ ਨਾਲ ਤੁਸੀਂ ਆਪਣੀ ਇੰਟਰੋਡਕਸ਼ਨ ਬਣਾ ਸਕਦੇ ਹੋ। ਨੈਕਸਟ ਥਿੰਗ ਇਜ਼ ਰਾਈਟ ਕੰਪਲੈਕਸ ਬਟ ਕਲੀਅਰਲੀ ਅੰਡਰਸਟੈਂਡ ਸੈਂਟੈਂਸਿਸ। ਬਹੁਤ ਵਧੀਆ ਗੱਲ ਆ ਅਗਰ ਤੁਸੀਂ ਕੰਪਲੈਕਸ ਸੈਂਟੈਂਸਿਸ ਲਿਖ ਸਕਦੇ ਹੋ, ਤੁਹਾਡੀ ਕਮਾਂਡ ਹੈਗੀ ਆ, ਬਟ ਇਹ ਨਹੀਂ ਹੈ ਕਿ ਤੁਸੀਂ ਕੰਪਲੈਕਸ ਸੈਂਟੈਂਸ ਤਾਂ ਲਿਖਤਾ ਬਟ ਉਹਦੀ ਸੈਂਸ ਨਹੀਂ ਕੋਈ ਬਣ ਰਹੀ, ਸਮਝ ਨਹੀਂ ਆ ਰਿਹਾ ਤੁਸੀਂ ਉਹਦੇ 'ਚ ਕਹਿਣਾ ਕੀ ਚਾਹੁੰਦੇ ਹੋ। ਸੋ ਅਗਰ ਤੁਹਾਨੂੰ ਇਸ ਤਰ੍ਹਾਂ ਲੱਗਦਾ ਕਿ ਤੁਸੀਂ ਕੰਪਲੈਕਸ ਸੈਂਟੈਂਸਿਸ ਦੇ ਵਿੱਚ ਆਪਣਾ ਜਿਹੜਾ ਵੇ ਆ ਉਹ ਜਾਂ ਆਪਣਾ ਆਈਡੀਆ ਉਹ ਪ੍ਰੋਪਰਲੀ ਐਕਸਪ੍ਰੈਸ ਨਹੀਂ ਕਰ ਪਾ ਰਹੇ ਜਾਂ ਨਹੀਂ ਕਰ ਸਕਦੇ, ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਜਨਰਲ ਵਿਊ ਲਿਖ ਦਿਓ, ਸਿੰਪਲ ਵਰਡਿੰਗ ਦੇ ਵਿੱਚ ਲਿਖ ਦਿਓ। ਬਟ ਜੋ ਵੀ ਤੁਸੀਂ ਲਿਖਣਾ ਹੈ ਉਹ ਸਾਹਮਣੇ ਵਾਲੇ ਬੰਦੇ ਨੂੰ ਜਿਹਨੇ ਪੜ੍ਹਨਾ ਹੈ ਜਾਂ ਤੁਹਾਡਾ ਟਾਸਕ ਚੈੱਕ ਕਰਨਾ, ਉਹਨੂੰ ਉਹ ਚੀਜ਼ ਸਮਝ ਆਉਣੀ ਚਾਹੀਦੀ ਆ। ਕਲੀਅਰਲੀ ਅੰਡਰਸਟੈਂਡ ਸੈਂਟੈਂਸ ਯੂਜ਼ ਕਰਨੇ ਆ। ਅਗਰ ਤੁਸੀਂ ਕੰਪਲੈਕਸ ਸੈਂਟੈਂਸ ਦੇ ਵਿੱਚ ਉਹ ਚੀਜ਼ ਨਹੀਂ ਲਿਖ ਸਕਦੇ ਤਾਂ ਨੋ ਪ੍ਰੋਬਲਮ, ਤੁਸੀਂ ਜਰਨਲ ਦੇ ਵਿੱਚ ਲਿਖ ਦਿਓ, ਬਟ ਉਹ ਚੀਜ਼ ਸਮਝ ਨਹੀਂ ਆਉਣੀ ਚਾਹੀਦੀ ਆ। ਸੋ ਰਾਈਟ ਕੰਪਲੈਕਸ ਬਟ ਕਲੀਅਰ, ਇਹ ਨਹੀਂ ਹੈ ਕਿ ਕੰਪਲੈਕਸ ਸੈਂਟੈਂਸ ਬਣਾਉਣਾ ਹੈ ਸਾਹਮਣੇ ਵਾਲੇ ਨੂੰ ਸਮਝ ਭਾਵੇਂ ਵਿੱਚ ਕੁਝ ਵੀ ਨਾ ਆਵੇ। ਨੈਕਸਟ ਥਿੰਗ, ਨੋ ਕਲਿਕਿੰਗ। ਇਹਦਾ ਕੀ ਮਤਲਬ ਆ ਕਿ ਜਿਹੜੇ ਫਰੇਜ਼ਿਸ ਆ, ਕਾਮਨ ਫਰੇਜ਼ਿਸ ਆ, ਉਹ ਨਹੀਂ ਤੁਸੀਂ ਯੂਜ਼ ਕਰਨੇ। ਕਲਿਕਿੰਗ ਦਾ ਮਤਲਬ ਫਰੇਜ਼ਿਸ, ਓਵਰ ਯੂਜ਼ਡ ਫਰੇਜ਼ਿਸ ਤੁਸੀਂ ਨਹੀਂ ਕਰਨੇ। ਜਿਸ ਤਰ੍ਹਾਂ ਮੇਨ ਕਨਕਲੂਜਨ ਦੇ ਵਿੱਚ ਸਟੂਡੈਂਟ ਯੂਜ਼ ਕਰਦੇ ਆ, every coin has two sides। ਇਹ ਬਹੁਤ ਕਾਮਨ ਆ, 100 ਚੋਂ 95% ਸਟੂਡੈਂਟਸ ਇਹ ਫਰੇਜ਼ ਯੂਜ਼ ਕਰਦੇ ਆ ਕਨਕਲੂਜਨ ਦੇ ਵਿੱਚ। ਅਗਰ ਤੁਸੀਂ ਇਸੇ ਦੀ ਜਗ੍ਹਾ ਤੁਸੀਂ ਲਿਖ ਦਿਓ every argument has two sides, every aspect has two sides, every situation has its both sides, positive and negative, ਤਾਂ ਤੁਸੀਂ ਕੀ ਕਰਨਾ ਕਿ ਗੱਲ ਉਹੀ ਰਹਿ ਗਈ ਆ ਬਟ ਇੱਥੇ ਪੁਆਇੰਟ ਹਰ ਕੋਈ ਇਹ ਕਹਿ ਦਿੰਦਾ ਕਿ every coin has two sides, but every argument has two sides, every topic has two sides, every problem has two sides, every technology has two sides। ਕਿਉਂਕਿ ਕੋਈ ਵੀ ਟੈਕਨੋਲੋਜੀ ਹੋ ਜੇ ਉਹਦੇ ਪੋਜ਼ਿਟਿਵ ਇਫੈਕਟ ਆ ਤਾਂ ਉਹਦੇ ਨੈਗੇਟਿਵ ਵੀ ਆ। ਸੋ ਜਿਹੜੇ ਓਵਰ ਯੂਜ਼ਡ ਫਰੇਜ਼ਿਸ ਆ ਉਹ ਤੁਸੀਂ ਯੂਜ਼ ਨਹੀਂ ਕਰਨੇ। ਕੋਸ਼ਿਸ਼ ਕਰਨਾ ਕਿ ਉਹਨਾਂ ਨੂੰ ਤੁਸੀਂ ਕੁਝ ਚੇਂਜ ਕਰਕੇ ਜਾਂ ਉਹਨਾਂ ਦੇ ਸਿਨੋਨਿਮਸ ਜਾਂ ਕੁਝ ਵੀ ਨਾਲ ਰਲਦਾ ਮਿਲਦਾ ਕੁਝ ਯੂਜ਼ ਕਰ ਦਿਓ, ਬਟ ਕੋਈ ਵੀ ਚੀਜ਼ ਰਿਪੀਟਡਲੀ ਯੂਜ਼ ਨਹੀਂ ਕਰਨੀ। ਅਗਰ ਤੁਸੀਂ ਇਹ 8 ਚੀਜ਼ਾਂ 8 ਸਟੈਪਸ ਆਪਣੀ ਰਾਈਟਿੰਗ ਦੇ ਵਿੱਚ ਫੋਲੋ ਕਰਦੇ ਆ ਤਾਂ ਮੈਂ ਸ਼ੋਰਲੀ ਕਹਿੰਦੀ ਆ ਕਿ ਤੁਸੀਂ ਆਪਣਾ ਬੈਂਡ ਸਕੋਰ ਆ ਵਧੀਆ ਅਚੀਵ ਕਰ ਸਕਦੇ ਹੋ, ਜੋ ਤੁਹਾਡਾ ਟਾਰਗੇਟ ਆ ਉਹ ਤੁਸੀਂ ਅਚੀਵ ਕਰ ਸਕਦੇ ਹੋ। ਹੁਣ ਆਪਾਂ ਅੱਗੇ ਗੱਲ ਕਰਾਂਗੇ ਤੁਸੀਂ ਆਪਣੀ ਰਾਈਟਿੰਗ ਨੂੰ ਚੈੱਕ ਕਿੱਦਾਂ ਕਰਨਾ, ਟਾਸਕ 2 ਲਿਖਣ ਤੋਂ ਬਾਅਦ ਕਿਸ ਤਰ੍ਹਾਂ ਚੈੱਕ ਕਰ ਸਕਦੇ ਹੋ। ਸੋ ਨੈਕਸਟ ਥਿੰਗ ਇਜ਼ ਚੈਕਿੰਗ ਰਾਈਟਿੰਗ ਇਫੈਕਟਿਵਲੀ। ਜਦੋਂ ਤੁਸੀਂ ਰਾਈਟਿੰਗ ਆਪਣੀ ਅਟੈਂਪਟ ਕਰਨੀ ਆ, ਟਾਸਕ 2 ਅਟੈਂਪਟ ਕਰਨਾ ਹੈ,
ਤਾਂ ਉਸ ਚੀਜ਼ ਨੂੰ ਤੁਸੀਂ ਆਪਣੀ ਇਫੈਕਟਿਵਲੀ ਕਿਸ ਤਰ੍ਹਾਂ ਚੈੱਕ ਕਰ ਸਕਦੇ ਹੋ। ਇਹ ਜਿਹੜੀਆਂ ਟੈਕਨੀਕਸ ਨੇ ਤੁਸੀਂ ਰਾਈਟਿੰਗ ਟਾਸਕ 1 ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ। ਆਪਣੀਆਂ ਜਿਹੜੀਆਂ ਮਿਸਟੇਕਸ ਨੂੰ ਕਿੱਦਾਂ ਘੱਟ ਕਰ ਸਕਦੇ ਹੋ, ਇਹ ਚੀਜ਼ਾਂ ਉਸ ਚੀਜ਼ ਲਈ ਹੈਲਪਫੁਲ ਹੋਣਗੀਆਂ। ਫਰਸਟ ਥਿੰਗ ਇਜ਼ ਲੀਵ 3 to 5 ਮਿੰਟਸ ਟੂ ਚੈੱਕ ਯੂਰ ਐਸੇ। ਤਾਂ ਇਹਦੇ ਵਿੱਚ ਕੀ 3 to 5 ਮਿੰਟਸ ਤੁਸੀਂ ਕਹਿੰਦੇ ਰਾਈਟਿੰਗ ਟਾਸਕ 2 ਲਈ ਵੀ ਬਚਾ ਸਕਦੇ ਹੋ, ਜਿਹੜੇ ਤੁਹਾਡੇ ਕੋਲੇ 40 ਮਿੰਟਸ ਨੇ। ਜੇ ਅਗਰ ਤੁਹਾਡੇ ਕੋਲੇ ਅਲੱਗ ਤੋਂ ਜਿਹੜੇ 40 ਮਿੰਟਸ ਚੋਂ 5 ਮਿੰਟਸ ਨਹੀਂ ਬਚਦੇ ਤਾਂ ਓਵਰਆਲ ਤੁਸੀਂ 60 ਮਿੰਟਸ ਚੋਂ 5 to 7 ਮਿੰਟਸ ਆਪਣੇ ਬਚਾ ਕੇ ਦੋਨੋਂ ਟਾਸਕ ਨੂੰ 1 by 1 ਚੈੱਕ ਕਰ ਸਕਦੇ ਹੋ। ਸੋ ਕੋਸ਼ਿਸ਼ ਇਹ ਕਰਨੀ ਆ ਕਿ ਜਿਹੜੇ ਤੁਹਾਡਾ 40 ਮਿੰਟਸ ਤੁਹਾਨੂੰ ਟਾਸਕ 2 ਲਈ ਮਿਲਿਆ, ਤੁਸੀਂ ਆਪਣਾ ਟਾਸਕ 2 35 ਮਿੰਟਸ ਦੇ ਵਿੱਚ ਹੀ ਕੰਪਲੀਟ ਕਰ ਲਓ, ਤਾਂ ਕਿ ਜਿਹੜੇ ਲਾਸਟ ਵਾਲੇ 5 ਮਿੰਟਸ ਦੇ ਵਿੱਚ ਤੁਸੀਂ ਆਪਣਾ ਟਾਸਕ ਚੈੱਕ ਕਰਕੇ ਆਪਣੀਆਂ ਪ੍ਰੋਬਲਮਸ ਨੂੰ ਫਾਈਂਡ ਆਊਟ ਕਰਕੇ ਉਹਨਾਂ ਨੂੰ ਕਲੀਅਰ ਕਰ ਸਕੋ। ਨੈਕਸਟ ਥਿੰਗ ਇਜ਼ ਬੀ ਅਵੇਅਰ ਆਫ ਮਿਸਟੇਕਸ ਯੂ ਯੂਜ਼ਲੀ ਮੇਕ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਯੂਜ਼ਲੀ ਤੁਹਾਨੂੰ ਮਿਸਟੇਕਸ ਤੁਹਾਡੀਆਂ ਕੀ ਹੁੰਦੀਆਂ। ਹਰ ਕਿਸੇ ਨੂੰ ਪਤਾ ਹੁੰਦਾ ਕਿ ਇਹ ਮੇਰਾ ਨੈਗੇਟਿਵ ਪੁਆਇੰਟ ਆ, ਮੇਰੀਆਂ ਮਿਸਟੇਕਸ ਕਿੱਥੇ ਹੁੰਦੀਆਂ ਏ, ਸਪੈਲਿੰਗ ਨੂੰ ਲੈ ਕੇ ਹੁੰਦੀਆਂ ਏ, ਟੈਂਸ ਨੂੰ ਲੈ ਕੇ ਹੁੰਦੀਆਂ, ਵੋਕੈਬ ਨੂੰ ਲੈ ਕੇ ਹੁੰਦੀਆਂ, ਜਾਂ ਕਿਸੇ ਹੋਰ ਮੈਟਰ ਦੇ ਨਾਲ ਕੋਈ ਵੀ ਹੋਰ ਪ੍ਰੋਬਲਮ ਤੁਹਾਨੂੰ ਹੋ ਸਕਦੀ ਆ। ਸੋ ਤੁਹਾਨੂੰ ਆਪਣੀ ਮਿਸਟੇਕਸ ਦੀ, ਆਪਣੀਆਂ ਪ੍ਰੋਬਲਮਸ ਦੀ ਅਵੇਅਰਨੈਸ ਹੋਣੀ ਜ਼ਰੂਰੀ ਆ। ਜਿੰਨਾ ਟਾਈਮ ਤੁਸੀਂ ਇਸ ਚੀਜ਼ ਤੋਂ ਅਵੇਅਰ ਨਹੀਂ ਹੈ ਕਿ ਤੁਹਾਡੀ ਪ੍ਰੋਬਲਮ ਹੈ ਕੀ ਆ ਰਾਈਟਿੰਗ ਦੇ ਵਿੱਚ, ਉਹਨਾਂ ਟਾਈਮ ਤੁਸੀਂ ਉਹ ਪ੍ਰੋਬਲਮ ਨੂੰ ਫਾਈਂਡ ਆਊਟ ਕਰ ਹੀ ਨਹੀਂ ਸਕਦੇ। ਸੋ ਜਿਹੜੀਆਂ ਆਪਣੀਆਂ ਪ੍ਰੋਬਲਮਸ ਤੋਂ, ਆਪਣੀਆਂ ਮਿਸਟੇਕਸ ਤੋਂ ਅਵੇਅਰ ਰਹੋ। ਥਰਡ, ਚੈੱਕ ਯੂਰ ਸਪੈਲਿੰਗ ਫਸਟ। ਜਦੋਂ ਤੁਸੀਂ ਆਪਣਾ ਟਾਸਕ 2 ਚੈੱਕ ਕਰਨਾ ਤਾਂ ਆਪਣੀ ਸਪੈਲਿੰਗ ਚੈੱਕ ਕਰਨੀ ਆ। ਫਸਟ ਥਿੰਗ ਸਪੈਲਿੰਗ, ਕਿਉਂਕਿ ਅਗਰ ਸਪੈਲਿੰਗ ਦੀ ਮਿਸਟੇਕ ਹੁੰਦੀ ਆ ਤਾਂ ਇੱਕ ਗਲਤ ਵਰਡ ਤੁਹਾਡੀ ਪੂਰੀ ਲਾਈਨ ਦਾ ਮੀਨਿੰਗ ਚੇਂਜ ਕਰ ਸਕਦਾ। ਤਾਂ ਫॉर एग्जांपल ਤੁਸੀਂ ਕਿਤੇ ਲਿਖਣਾ ਹੈ ਟੂ, ਤਾਂ ਉਹਦੀ ਜਗ੍ਹਾ ਤੁਸੀਂ TOO ਲਿਖ ਦਿੰਦੇ ਹੋ, ਤਾਂ ਉਹ ਵੀ ਬਹੁਤ ਹੁੰਦਾ ਹੈ, ਫਰਕ ਪੈਂਦਾ ਹੈ। ਨੋ, ਜਿਸ ਤਰ੍ਹਾਂ ਸੇਮ ਵਰਡਸ ਨੇ ਬੋਲਣ ਚ, ਟੂ ਵੀਕ ਤੇ ਵੀਕ, ਇਸ ਚੀਜ਼ ਦੀ ਬਹੁਤ ਪ੍ਰੋਬਲਮ ਹੁੰਦੀ ਸਟੂਡੈਂਟਸ ਨੂੰ, ਵੀਕ ਔਰ ਵੀਕ। ਇਹਦੇ ਵਿੱਚ ਕੀ ਆ, ਡੇਜ਼ ਆਫ ਵੀਕ ਆ ਜਾਂਦੇ ਆ, 7 ਡੇਜ਼। ਇਹ ਵੀਕ ਹੁੰਦਾ ਜਿਹਦੇ ਕਿ ਆਪਾਂ ਕਹਿ ਸਕਦੇ ਆ ਕਿ ਸਟਰੈਂਥ ਘੱਟ ਆ ਜਾਂ ਕਮਜ਼ੋਰੀ ਆ ਜਾਂ ਕੁਝ ਵੀ ਕਿਸੇ ਪ੍ਰੋਬਲਮ ਰਿਲੇਟਡ। ਸੋ ਚੈੱਕ ਕਰੋ ਕਿ ਜਿਹੜਾ ਤੁਸੀਂ ਸਪੈਲਿੰਗ ਲਿਖ ਰਹੇ ਹੋ, ਤੁਸੀਂ ਕੋਈ ਵਰਡ ਲਿਖ ਰਹੇ ਹੋ, ਉਹ ਸਹੀ ਲਿਖ ਰਹੇ ਹੋ। ਐਡਵਾਈਸ, ਐਡਵਾਈਜ਼, ਸੈਂਟਰ, ਸੈਂਟਰ। ਤਾਂ ਕਿੱਥੇ ਇਹ ਸੈਂਟਰ ਯੂਜ਼ ਹੋਣਾ, ਕਿੱਥੇ ਇਹ ਯੂਜ਼ ਹੋਣਾ, ਤਾਂ ਇਹਨਾਂ ਚੀਜ਼ਾਂ ਤੋਂ ਤੁਸੀਂ ਅਵੇਅਰ ਰਹੋ। ਠੀਕ ਹੈ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ ਕਿੱਥੇ ਪ੍ਰੋਬਲਮ ਆਉਂਦੀ ਹੈ, ਕਿਹੜੇ ਵਰਡਸ ਦੀ ਪ੍ਰੋਬਲਮ ਆਉਂਦੀ ਆ। ਸੋ ਚੈੱਕ ਯੂਰ ਸਪੈਲਿੰਗ ਫਸਟ। ਜਦੋਂ ਰਾਈਟਿੰਗ ਦੀ ਚੈਕਿੰਗ ਸਟਾਰਟ ਕਰਨੀ ਆ ਤਾਂ ਤੁਸੀਂ ਜਿਹੜੇ ਸਪੈਲਿੰਗ ਆਪਣੇ ਸਭ ਤੋਂ ਪ੍ਰਾਇੋਰਟੀ ਬੇਸਿਸ ਤੇ ਚੈੱਕ ਕਰਨੀ ਆ। ਸੈਕੰਡ ਥਿੰਗ ਇਜ਼ ਚੈੱਕ ਵਰਬਸ, ਟੈਂਸਸ, ਫਾਰਮ ਆਫ ਵਰਬਸ ਕਰੈਕਟ ਤੁਸੀਂ ਲਾ ਰਹੇ ਹੋ, ਨਹੀਂ ਲਾ ਰਹੇ, ਫਸਟ ਫਾਰਮ ਲਾਣੀ ਆ ਕਿ ਸੈਕੰਡ ਲਾਉਣੀ ਆ ਕਿ ਥਰਡ ਯੂਜ਼ ਕਰਨੀ ਆ, ਕਿਹੜੀ ਫਾਰਮ ਯੂਜ਼ ਕਰਨੀ ਆ, ਉਹ ਤੁਸੀਂ ਚੈੱਕ ਕਰੋ ਵੀ ਸਹੀ ਫਾਰਮ ਯੂਜ਼ ਕਰ ਰਹੇ ਹੋ। ਟੈਂਸਸ, ਤੁਸੀਂ ਕੰਟੀਨਿਊਸ ਟੈਂਸ ਦੇ ਵਿੱਚ ਗੱਲ ਕਰ ਰਹੇ ਹੋ, ਫਿਊਚਰ ਦੀ ਗੱਲ ਕਰ ਰਹੇ ਹੋ, ਪਾਸਟ ਦੀ ਗੱਲ ਕਰ ਰਹੇ ਹੋ, ਪ੍ਰੈਜ਼ੈਂਟ ਦੀ ਗੱਲ ਕਰ ਰਹੇ ਹੋ, ਕਦੋਂ ਦੀ ਗੱਲ ਕਰ ਰਹੇ ਹੋ, ਤਾਂ ਉਹਦੇ ਅਕੋਰਡਿੰਗ ਤੁਸੀਂ ਚੈੱਕ ਕਰੋ ਕਿ ਸਬਜੈਕਟ ਪਲੱਸ ਵਰਬ ਪਲੱਸ ਆਬਜੈਕਟ ਤੁਸੀਂ ਪ੍ਰੋਪਰਲੀ ਲਾ ਰਹੇ ਹੋ। ਵਰਬ ਤੁਸੀਂ ਅਗਰ ਸਹੀ ਨਹੀਂ ਲਗਾ ਰਹੇ ਤਾਂ ਉਸ ਚੀਜ਼ ਦਾ ਵੀ ਤੁਹਾਡਾ ਨੈਗੇਟਿਵ ਇਫੈਕਟ ਪੈਂਦਾ। ਸੋ ਚੈੱਕ ਦਾ ਫਾਰਮ ਆਫ ਵਰਬਸ, ਟੈਂਸਸ ਤੁਸੀਂ ਜਿਹੜੇ ਕਰੈਕਟਲੀ ਯੂਜ਼ ਕਰ ਰਹੇ ਹੋ। ਨੈਕਸਟ ਥਿੰਗ ਇਜ਼ ਸਿੰਗੂਲਰ ਪਲੂਰਲ ਐਗਰੀਮੈਂਟ। ਕਿੱਥੇ ਤੁਸੀਂ ਮਗਰ es ਲਗਾਉਣੀ ਆ, ਕਿੱਥੇ ਨਹੀਂ ਲਗਾਉਣੀ, ਕਿੱਥੇ ਜ਼ਿਆਦਾ ਦੀ ਗੱਲ ਕਰ ਰਹੇ ਹੋ, ਘੱਟ ਦੀ ਗੱਲ ਕਰ ਰਹੇ ਹੋ, ਤਾਂ ਉਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈ। ਜਿਸ ਤਰ੍ਹਾਂ ਮੈਨ, ਮੈਨ, ਮੈਨਸ ਨਹੀਂ ਲਿਖਣਾ, ਪੀਪਲ, ਪੀਪਲਸ ਲਿਖ ਦਿੰਦੇ ਆ ਲੋਕ ਸਟੂਡੈਂਟ। ਇਦਾਂ ਦੀਆਂ ਜਿਹੜੀਆਂ ਪ੍ਰੋਬਲਮਸ ਆ ਸਿੰਗੂਲਰ ਔਰ ਪਲੂਰਲ ਦੀਆਂ, ਇਹ ਤੁਸੀਂ ਧਿਆਨ 'ਚ ਰੱਖਣੀਆਂ। ਕਿੱਥੇ ਪਲੂਰਲ ਵਰਡ ਯੂਜ਼ ਕਰਨਾ ਤਾਂ ਪਲੂਰਲ ਦੇ ਨਾਲ ਤੁਸੀਂ ਅੱਗੇ ਕੀ ਹੈਜ਼ ਲਾਉਣਾ, ਹੈਵ ਲਾਉਣਾ, ਵਰ ਲਾਉਣਾ, ਵਾਸ ਲਾਉਣਾ, ਕੀ ਲਾਉਣਾ, ਇਹ ਕਲੀਅਰ ਹੋਣਾ ਚਾਹੀਦਾ। ਜਿਸ ਤਰ੍ਹਾਂ ਸਿੰਗੂਲਰ ਦੇ ਨਾਲ ਹੀ ਆ, ਉਹਦੇ ਨਾਲ ਵਾਜ਼ ਯੂਜ਼ ਹੋਊਗਾ, ਇਜ਼ ਯੂਜ਼ ਹੋਊਗਾ, ਵਾਜ਼ ਯੂਜ਼ ਹੋਊਗਾ, ਹੈਜ਼ ਯੂਜ਼ ਹੋ ਗਿਆ। ਜਦੋਂ ਪਲੂਰਲ ਦੀ ਗੱਲ ਕਰਦੇ ਹੋ ਜ਼ਿਆਦਾ ਦੇ ਵਰ, ਦੇ ਆਰ, ਦੇ ਹੈਵ, ਤਾਂ ਇਹਨਾਂ ਚੀਜ਼ਾਂ ਦਾ ਤੁਸੀਂ ਸਿੰਗੂਲਰ ਪਲੂਰਲ ਐਗਰੀਮੈਂਟ ਦਾ ਧਿਆਨ ਤੁਸੀਂ ਰੱਖਣਾ ਹੈ। ਤਾਂ ਜਦੋਂ ਤੁਸੀਂ ਹੀ ਹੈਵ,
ਜਾਂ ਕੁਛ ਵੀ ਤੁਸੀਂ ਇਦਾਂ ਲਗਾ ਦਿੰਦੇ ਆ जिथे प्लूरल की चीज़ वर्ड लगना उत्थे नाल तुसीं सिंगुलर वाला यूज कर लैंदे हो तो वो चीज़ां तुहाडे लई प्रॉब्लमैटिक आ बैंड स्कोर तुहाडा घटाउंदियां नेक्स्ट थिंग इज फिफ्थ वन चेक दैट योर लिंकिंग वर्ड्स आर करैक्ट एंड नॉट रिपीटेड लिंकिंग वर्ड्स किहड़े हुंदे आ जदों तुसीं दो लाइनां नूं आपस दे विच लिंक करना है दो लाइनां नूं आपस दे विच जोड़ना है तो वो आपां इस तो नैक्सट आपां गल करदे हां लिंकिंग वर्ड्स तुसीं किहड़े किहड़े कदों यूज करने आ सो कोशिश करनी है कि हर बार तुसीं लिंकिंग वर्ड नवा यूज करो पुराना बार बार रिपीट उन्होंने ना करो तो यह तुहाडे लई बेनीफिशियल होगा तो सही जगह ते सही लिंकिंग वर्ड यूज करना ये नहीं है कि जिथे जो दिल किया वो जोड़ता नहीं जिथे टाइम की गल की उत्थे टाइम वाली लिंकिंग वर्ड जिथे कंपैरिजन की गल की उत्थे कंपैरिजन की जिथे सीक्वेंस की गल की उत्थे सीक्वेंस वाइज जिहड़े लिंकिंग वर्ड्स आउंदे आ वो यूज करने हैं नेक्स्ट थिंग इज प्रैक्टिस इट्स वेरी इंपॉर्टेंट फैक्टर प्रैक्टिस बहुत ज़्यादा जरूरी है बार बार तुसीं अपना राइटिंग टास्क अटैम्प्ट करो अपने पहले 4-5 स्टेप फॉलो करो और चेक करो फर्स्ट भी मैं ठीक है ओके सेकंड ओके मिस्टेक्स चेक कर लिया थर्ड स्पेलिंग मिस्टेक्स ओके है सारे नेक्स्ट वर्ब टेंसेस ठीक है इतने प्रॉब्लम सी मैं सॉल्व कर लिया लिंकिंग वर्ड्स करैक्ट है तो इट मीन तुहाडी जिहड़ी राइटिंग है वो परफेक्ट है तुसीं अपना जिहड़ा डिजायरेबल बैंड स्कोर अचीव कर सकते हो तो हुण आपां अगे गल करदे हां लिंकिंग वर्ड्स एंड फ्रेजेस ਹੁਣ ਆਪਾਂ ਗੱਲ ਕਰਾਂਗੇ ਲਿੰਕਿੰਗ ਵਰਡਸ ਦੀ ਲਿੰਕਿੰਗ ਵਰਡਸ ਕੀ ਆ ਜਦੋਂ ਤੁਸੀਂ ਦੋ ਆਰਗੂਮੈਂਟਸ ਨੂੰ ਜਾਂ ਦੋ ਲਾਈਨਸ ਨੂੰ ਆਪਸ ਦੇ ਵਿੱਚ ਜੋੜਨਾ ਹੈ ਦੋ ਫੈਕਟਸ ਨੂੰ ਆਪਸ ਦੇ ਵਿੱਚ ਜੋੜਨਾ ਹੈ ਉਦੋਂ ਤੁਸੀਂ ਜਿਹੜੇ ਵਰਡਸ ਦੀ ਹੈਲਪ ਲੈਣੀ ਆ ਉਹਨਾਂ ਨੂੰ ਕਹਿੰਦੇ ਆ ਲਿੰਕਿੰਗ ਵਰਡਸ ਜਦੋਂ ਦੋ ਚੀਜ਼ਾਂ ਨੂੰ ਜਿਹੜੀ ਵਰਡਸ ਲਿੰਕ ਕਰਦੇ ਆ ਉਹ ਤਾਂ ਜਦੋਂ ਇਹ ਫਸਟ ਵਨ ਇਜ਼ ਸੀਕੁਐਂਸਿੰਗ ਜਦੋਂ ਕਿਸੇ ਸੀਕੁਐਂਸ ਦੀ ਗੱਲ ਕਰਨੀ ਆ ਕਿ ਫਸਟ ਪੁਆਇੰਟ ਇਜ਼ ਦਿਸ ਸੈਕੰਡ ਦਿਸ ਥਰਡ ਦਿਸ ਸਭ ਤੋਂ ਪਹਿਲਾਂ ਇਹ ਪੁਆਇੰਟ ਆ सैकेंडली ये या इस तो बाद ये आऊगा और जेडे तुसी लिंकिंग वर्ड यूज करने आंदे ने चाहे फर्स्टली सेकंडली नेक्स्ट देन आफ्टर टू बिगिन विद फर्स्ट ऑफ ऑल टू बिगिन विद एंड फर्स्ट ऑफ ऑल तुसी उदों यूज करना है जदों तुसी बॉडी पैराग्राफ 2 सॉरी बॉडी पैराग्राफ 1 लिखना है उनदे विच की जेड़ा सब तो पहला पॉइंट लिखना टू बिगिन विद दिस फैक्ट टू फर्स्ट ऑफ ऑल दिस फैक्ट टू फर्स्ट ऑफ ऑल विद दिस फैक्ट तो आप उस चीज़ नूं उस आइडिया नूं उस तरह लिखना जो तुसी सेकंड पॉइंट लिखना सेकंडली देन आफ्टर नेक्स्ट तुसी ये जो थर्ड फोर्थ जिस तरह भी आप पॉइंट्स लिखने हैं तो यह लिंकिंग वर्ड यूज करने हैं एडिशन जो तुसी कुछ ऐड करना है एक पॉइंट एंड दिस आल्सो कॉजेज दैट प्रॉब्लम तो उस चीज़ आल्सो फर्दर मोर मोर ओवर एडिशनली टू फर्दर स्ट्रेंथन दिस ਜਦੋਂ ਤੁਸੀਂ ਆਪਣਾ ਕੋਈ ਮੰਨ ਲਓ ਕੋਈ ਰੀਜ਼ਨ ਦੇਤਾ ਕਿਸੇ ਚੀਜ਼ ਦਾ ਡਿਸਕਸ਼ਨ ਦੇ ਵਿੱਚ ਤੁਸੀਂ ਕੋਈ ਰੀਜ਼ਨ ਦੇਤਾ ਉਸ ਚੀਜ਼ ਨੂੰ ਜਦੋਂ ਤੁਸੀਂ ਸਟਰੈਂਥ ਦੇਣੀ ਹੈ ਕਿ ਹਾਂ ਇਹ ਸਟਰੋਂਗਲੀ ਉਸ ਚੀਜ਼ ਤੇ ਤੁਸੀਂ ਐਗਰੀ ਕਰਦੇ ਹੋ ਟੂ ਫਰਦਰ ਸਟਰੈਂਥਨ ਦਿਸ ਫੈਕਟ ਅੱਗੇ ਆਪਣਾ ਸੈਕੰਡ ਪੁਆਇੰਟ ਲਿਖ ਦੇਣਾ another point is another fact is another factor is another reason is another cause is another solution is ਇਹ ਸਾਰੀਆਂ ਚੀਜ਼ਾਂ ਤੁਸੀਂ ਜਦੋਂ एडिशन दे विच कोई इन्फॉर्मेशन नाल ऐड करनी है नैक्सट इज कंट्रास्ट की जो गल करनी है जो डिस्कशन ऐसे दे विच लिखते हो जां तुसी बैलेंस्ड ऐसे लिखते हो वन साइडेड ऐसे लिखते हो उदों तुसी इन कंपैरिजन जो बैलेंस लिखिया जां डिस्कशन ऐसे लिखिया उदों जो तुसी कंपैरिजन इन कंपैरिजन ऑन द अदर हैंड दिस थिंग कॉज नेगेटिव इफेक्ट ऑन द अदर हैंड दिस थिंग कॉजेज दैट it is in contrast however although ये जो तुसी कंट्रास्ट की गल करनी है नेक्स्ट इज कंपैरिजन दो पॉइंट्स का दो फैक्ट्स का कंपैरिजन करते हैं उदो आल्सो इक्वली इफेक्टिव मेडिसिन इज इक्वली इफेक्टिव सो कोई भी किसी चीज आप कह सकते हैं कि कॉज इट आल्सो कॉजेज दिस इक्वली इफेक्ट्स फॉर दिस थिंग सिमिलरली लाइकवाइज कंपेयर्ड विद नेक्स्ट थिंग इज एडिंग एग्जांपल जो तुसी एग्जांपल ऐड करते हो स्टूडेंट्स लिख दिंदे आ फॉर एग्जांपल तो ये चीज गलत है एक तो ये कॉन्ट्रैक्शन आ गया शॉर्ट फॉर्म आ गई वो तुसी यूज नहीं करनी तो जो तुसी एग्जांपल ऐड करनी हो तुसी की लिख सकते हो फॉर एग्जांपल पूरा लिखना है फॉर एग्जांपल फॉर इंस्टेंस टू इलस्ट्रेट जो अगे पॉइंट लिख के टू इलस्ट्रेट अगे अपनी एग्जांपल लिख देनी है चाहे वो तुसी ओपीनियन तुहाडी पूछी है तो तुसी की करना है अपनी रियल लाइफ एग्जांपल ले लेने डिस्कशन ऐसे है जां
ਸਿੰਗਲ ਸਟੇਟਮੈਂਟ ਐਸੇ ਆ ਉਹਦੇ ਵਿੱਚ ਤੁਸੀਂ ਰੀਅਲ ਐਗਜ਼ਾਮਪਲ ਦੇ ਦੇਣੀ ਆ। ਟੂ ਸਾਈਟ ਐਨ ਐਗਜ਼ਾਮਪਲ, ਇਹਦਾ ਵੀ ਮਤਲਬ ਇਹੀ ਆ ਟੂ ਐਡ ਐਨ ਐਗਜ਼ਾਮਪਲ ਔਰ ਐਗਜ਼ਾਮਪਲੀਫਾਈ, ਟੂ ਐਗਜ਼ਾਮਪਲੀਫਾਈ ਦਿਸ, ਅੱਗੇ ਆਪਣੀ ਐਗਜ਼ਾਮਪਲ ਐਡ ਕਰ ਦੇਣੀ ਹੈ। ਸੋ ਇਹ ਲਿੰਕਿੰਗ ਵਰਡ ਸੀ ਸੀਕੁਐਂਸਿੰਗ, ਐਡੀਸ਼ਨ, ਕੰਟਰਾਸਟ, ਕੰਪੈਰੀਜ਼ਨ ਐਂਡ ਐਡਿੰਗ ਐਗਜ਼ਾਮਪਲ। ਨੈਕਸਟ ਥਿੰਗ ਇਜ਼ ਰਿਜ਼ਲਟ। ਜਦੋਂ ਕਿਸੇ ਰਿਜ਼ਲਟ ਦੀ ਤੁਸੀਂ ਗੱਲ ਕਰਦੇ ਹੋ, ਕਿਸੇ ਪ੍ਰੋਬਲਮ ਦਾ ਕੀ ਰਿਜ਼ਲਟ ਹੋ ਸਕਦਾ ਹੈ ਜਾਂ ਕਿਸੇ ਟੈਕਨੋਲੋਜੀ ਦਾ ਜਾਂ ਕਿਸੇ ਚੀਜ਼ ਦਾ ਕੀ ਰਿਜ਼ਲਟ ਹੋ ਸਕਦਾ ਹੈ, ਤਾਂ ਸੋ this can cause this, therefore, as a result, because, ਇਸ ਲਿੰਕਿੰਗ ਵਰਡ ਤੁਸੀਂ ਯੂਜ਼ ਕਰਦੇ ਆ ਕਰ ਸਕਦੇ ਹੋ ਜਦ ਤੁਸੀਂ ਕਿਸੇ ਰਿਜ਼ਲਟ ਬਾਰੇ ਐਕਸਪਲੇਨ ਕਰਨਾ, ਡਿਸਕਸ ਕਰਨਾ। ਨੈਕਸਟ ਥਿੰਗ ਇਜ਼ ਹਾਈਲਾਈਟਿੰਗ। ਹਾਈਲਾਈਟਿੰਗ ਦੇ ਵਿੱਚ ਕੀ, ਜਦੋਂ ਕੋਈ ਇੱਕ ਪਾਰਟਿਕੂਲਰ ਪੁਆਇੰਟ ਨੂੰ ਤੁਸੀਂ ਹਾਈਲਾਈਟ ਕਰਨਾ, ਉਹ ਤੁਹਾਨੂੰ ਲੱਗਦਾ ਕਿ ਉਹ ਬਹੁਤ ਇੰਪੋਰਟੈਂਟ ਆ, ਚਾਹੇ ਉਹ ਰੀਜ਼ਨ ਆ, ਚਾਹੇ ਉਹ ਸੋਲਿਊਸ਼ਨ ਆ, ਚਾਹੇ ਉਹ ਕੋਈ ਕਾਜ਼ ਆ, ਕੁਛ ਵੀ ਆ, ਉਸ ਚੀਜ਼ ਨੂੰ ਜਦੋਂ ਤੁਸੀਂ ਹਾਈਲਾਈਟ ਕਰਨਾ ਹੈ, ਉਸ ਸਟੇਟਮੈਂਟ ਨੂੰ ਤੁਸੀਂ ਕਿੱਦਾਂ ਕਰ ਸਕਦੇ ਹੋ, ਇਨ ਪਾਰਟਿਕੂਲਰ ਮੰਨ ਲਓ ਤੁਸੀਂ ਕਿਸੇ ਸਟੇਟ ਦੀ ਗੱਲ ਕਰਦੇ ਹੋ, ਓਵਰਆਲ ਕਿਸੇ ਕੰਟਰੀ ਦੀ ਗੱਲ ਕਰ ਲਈ। ਐਗਜ਼ਾਮਪਲ ਦੇ ਤੌਰ ਤੇ ਆਪਾਂ ਲੈ ਲਈਏ ਕਿ ਆਪਾਂ ਪੂਰੇ ਇੰਡੀਆ ਦੀ ਗੱਲ ਕਰ ਰਹੇ ਹਾਂ, ਇੰਡੀਆ ਦੇ ਵਿੱਚੋਂ ਤੁਸੀਂ ਹਾਈਲਾਈਟ ਕਰਨਾ ਪੰਜਾਬ, ਇਨ ਪਾਰਟਿਕੂਲਰ ਪੰਜਾਬ ਬਿਲੋਂਗਸ ਟੂ ਦਿਸ ਇਨਵੈਂਸ਼ਨ, ਜਾਂ ਕੋਈ ਵੀ ਹੈ ਕਿਸੇ ਹੋਰ ਸਟੇਟ ਦੀ, ਹਰਿਆਣੇ ਦੀ ਗੱਲ ਕਰਦੇ ਹੋ, ਦਿੱਲੀ ਦੀ ਗੱਲ ਕਰਦੇ ਹੋ, ਇਨ ਪਾਰਟਿਕੂਲਰ ਦਿਸ ਸਟੇਟਮੈਂਟ, ਕਿਸੇ ਪਾਰਟਿਕੂਲਰ ਚੀਜ਼ ਦੀ ਗੱਲ ਕਰਨੀ ਆ, ਉਦੋਂ ਤੁਸੀਂ ਵਰਡ ਉਹਨੂੰ ਹਾਈਲਾਈਟ ਕਰਨਾ, ਤਾਂ ਉਦੋਂ ਤੁਸੀਂ ਕਹਿ ਦੇਣਾ ਇਨ ਪਾਰਟਿਕੂਲਰ, ਸਪੈਸ਼ਲੀ ਪੰਜਾਬ, ਸਪੈਸ਼ਲੀ ਇੰਡੀਆ। ਜਦੋਂ ਆਲ ਓਵਰ ਵਰਲਡ ਦੇ ਵਿੱਚੋਂ ਕਿਸੇ ਕੰਟਰੀ ਦੀ ਗੱਲ ਕਰਨੇ ਆ, ਸਪੈਸ਼ਲੀ ਇੰਡੀਆ, ਸਪੈਸ਼ਲੀ ਕੈਨੇਡਾ, ਤਾਂ ਇਦਾਂ ਮੇਨਲੀ ਮੇਨ ਚੀਜ਼ ਆ ਗਈ, ਪਾਰਟਿਕੂਲਰਲੀ ਅਬਵ ਆਲ, ਤਾਂ ਹਾਈਲਾਈਟ ਕਰਨ ਦੇ ਲਈ ਤੁਸੀਂ ਇਹ ਲਿੰਕਿੰਗ ਵਰਡ ਯੂਜ਼ ਕਰ ਸਕਦੇ ਹੋ। ਨੈਕਸਟ ਥਿੰਗ ਇਜ਼ ਰੀਸਟੇਟਿੰਗ। ਜਦੋਂ ਕਿਸੇ ਪ੍ਰੋਬਲਮ ਨੂੰ, ਕਿਸੇ ਗੱਲ ਨੂੰ, ਕਿਸੇ ਵਿਊ ਨੂੰ ਤੁਸੀਂ ਰੀਸਟੇਟ ਕਰਨਾ, ਦੁਬਾਰਾ ਉਹਨੂੰ ਤੁਸੀਂ ਬੋਲਣਾ, ਉਦੋਂ ਇਨ ਅਦਰ ਵਰਡਸ ਕੋਈ ਵੀ ਸਟੇਟਮੈਂਟ ਆ, ਇਹ ਪੁੱਟ ਮੋਰ ਸਿੰਪਲੀ ਰੈਦਰ ਇਨ ਸਿੰਪਲ ਟਰਮਸ, ਦਿਸ ਫੈਕਟ ਇਜ਼ this fact results to this thing। ਨੈਕਸਟ ਇਜ਼ ਕੰਕਲੂਜਨ। ਮੇਨ ਕੀ ਹੈ, ਕੰਕਲੂਜਨ ਦੀ ਪ੍ਰੋਬਲਮ ਆਉਂਦੀ, ਕਿੱਦਾਂ ਲਿਖਣੀ ਹੈ, ਕੀ ਕਰਨੀ ਹੈ, ਤਾਂ ਉਦੋਂ ਤੁਸੀਂ ਯੂਜ਼ ਕਰਨਾ ਟੂ ਸਮ ਅਪ, ਟੂ ਕਨਕਲੂਡ, ਟੂ ਸਮਰਾਈਜ਼, ਇਨ ਕੰਕਲੂਜਨ। ਇਹ ਜਿਹੜੇ ਲਿੰਕਿੰਗ ਵਰਡ ਆ ਤੁਸੀਂ ਆਪਣੇ ਰਾਈਟਿੰਗ ਟਾਸਕ 2 ਦੇ ਵਿੱਚ ਯੂਜ਼ ਕਰਨੇ ਆ, ਆਪਣੀ ਰਾਈਟਿੰਗ ਨੂੰ ਬੈਟਰ ਬਣਾਉਣ ਦੇ ਲਈ। ਨੈਕਸਟ ਥਿੰਗ ਇਜ਼ ਸਕੋਰਿੰਗ ਕ੍ਰਾਈਟੇਰੀਆ। ਸਕੋਰਿੰਗ ਕ੍ਰਾਈਟੇਰੀਆ ਸਮਝਣਾ ਬਹੁਤ ਜ਼ਰੂਰੀ ਆ ਟਾਸਕ 2 ਦੇ ਵਿੱਚੋਂ ਬੈਂਡ ਸਕੋਰ ਅਚੀਵ ਕਰਨ ਦੇ ਲਈ। ਤਾਂ ਕਿਹੜੇ ਫੈਕਟਸ ਨੇ, ਕਿਹੜੇ ਪੁਆਇੰਟਸ ਆ ਜਦੋਂ ਤੁਹਾਡਾ ਰਾਈਟਿੰਗ ਟਾਸਕ ਚੈੱਕ ਹੁੰਦਾ, ਉਹ ਕੰਸੀਡਰ ਹੁੰਦੇ ਆ। ਤਾਂ ਫਸਟ ਥਿੰਗ ਇਜ਼ ਟਾਸਕ ਅਚੀਵਮੈਂਟ। ਟਾਸਕ ਅਚੀਵਮੈਂਟ ਦੇ ਵਿੱਚ ਕੀ ਚੈੱਕ ਕੀਤਾ ਜਾਂਦਾ ਕਿ ਜਿਹੜੇ ਸਾਰੇ ਪੁਆਇੰਟਸ ਆ ਜਾਂ ਫੈਕਟਸ ਆ ਤੁਸੀਂ ਕਵਰ ਕੀਤੇ ਆ। ਫੋਰ ਐਗਜ਼ਾਮਪਲ ਉਹਨਾਂ ਨੇ ਗੱਲ ਕੀਤੀ ਆ ਕਾਜ਼ ਐਂਡ ਸੋਲਿਊਸ਼ਨ ਐਸੇ ਦੀ, ਪ੍ਰੋਬਲਮ ਐਂਡ ਸੋਲਿਊਸ਼ਨ ਦੀ ਗੱਲ ਕੀਤੀ ਆ, ਤਾਂ ਇਹ ਤਾਂ ਨਹੀਂ ਹੈ ਕਿ ਤੁਸੀਂ ਇਕੱਲੇ ਕਾਜ਼ ਦੀ ਗੱਲ ਕੀਤੀ ਹੈ ਜਾਂ ਪ੍ਰੋਬਲਮ ਦੀ ਗੱਲ ਕੀਤੀ ਹੈ, ਸੋਲਿਊਸ਼ਨ ਦੀ ਗੱਲ ਹੀ ਨਹੀਂ ਕੀਤੀ, ਜਾਂ ਸੋਲਿਊਸ਼ਨ ਦੀ ਗੱਲ ਕਰਤੀ, ਪ੍ਰੋਬਲਮ ਦੀ ਗੱਲ ਹੀ ਨਹੀਂ ਕੀਤੀ, ਰੀਜ਼ਨ ਦੀ ਗੱਲ ਹੀ ਨਹੀਂ ਕੀਤੀ, ਜਾਂ ਐਡਵਾਂਟੇਜਸ ਡਿਸਐਡਵਾਂਟੇਜਸ ਦੀ ਗੱਲ ਹੋਈ ਆ। ਉਹਦੇ ਵਿੱਚ ਤੁਸੀਂ ਅਗਰ ਵਨ ਸਾਈਡਡ ਐਸੇ ਲਿਖਿਆ, ਵਨ ਸਾਈਡਡ ਐਸੇ ਮਤਲਬ ਤੁਸੀਂ ਕੰਪਲੀਟਲੀ ਐਗਰੀ ਹੋ ਜਾਂ ਕੰਪਲੀਟਲੀ ਡਿਸਐਗਰੀ ਹੋ, ਬਟ ਤੁਸੀਂ ਉਸ ਚੀਜ਼ ਨੂੰ ਪ੍ਰੋਪਰਲੀ ਐਕਸਪਲੇਨ ਹੀ ਨਹੀਂ ਕੀਤਾ, ਤਾਂ ਇਹ ਵੀ ਚੀਜ਼ਾਂ ਤੁਹਾਡੀਆਂ ਮੈਟਰ ਕਰਦੀਆਂ ਹੈ। ਤਾਂ 250 ਵਰਡਸ, ਮਿਨੀਮਮ 250 ਵਰਡਸ ਤੁਸੀਂ ਲਿਖੇ ਆ ਜਾਂ ਨਹੀਂ ਲਿਖੇ। ਮੈਂ ਕੱਲ ਵੀ ਦੱਸਿਆ ਸੀ ਕਿ 250 ਵਰਡਸ ਤੋਂ ਤੁਸੀਂ ਵੱਧ ਜ਼ਰੂਰ ਲਿਖ ਸਕਦੇ ਹੋ, ਬਟ 250 ਤੋਂ ਘੱਟ ਨਹੀਂ ਲਿਖਣਾ। 250 ਦੀ ਜਗ੍ਹਾ ਤੁਸੀਂ 300, 350, 400 ਵਰਡਸ ਲਿਖਤੇ, ਕੋਈ ਪ੍ਰੋਬਲਮ ਨਹੀਂ, ਬਟ 250 ਤੋਂ ਤੁਸੀਂ 240 ਕਰਤੇ ਆ, ਉਹ ਚੀਜ਼ ਤੁਹਾਡੀ ਨੈਗੇਟਿਵ ਕੰਸੀਡਰ ਹੋਊਗੀ, ਤੁਹਾਡਾ ਬੈਂਡ ਸਕੋਰ ਉਹ ਅਫੈਕਟ ਕਰੂਗੀ। ਸੈਕਿੰਡ ਪੁਆਇੰਟ ਇਜ਼ ਕੋਹਰੈਂਸ ਐਂਡ ਕੋਹੀਜ਼ਨ। ਕੋਹਰੈਂਸ ਐਂਡ ਕੋਹੀਜ਼ਨ ਦੇ ਵਿੱਚ ਕੀ ਆਉਂਦਾ ਹੈ, ਪ੍ਰੈਜ਼ੈਂਟ ਆਈਡੀਆਜ਼ ਲੌਜੀਕਲੀ। ਜੋ ਤੁਸੀਂ ਆਈਡੀਆ, ਜੋ ਤੁਸੀਂ ਸਟੇਟਮੈਂਟ, ਜੋ ਫੈਕਟ ਜਾਂ ਕੁਝ ਵੀ ਪੁਆਇੰਟ ਤੁਸੀਂ ਕੰਸੀਡਰ ਕਰ ਰਹੇ ਹੋ, ਉਹ ਲੌਜਿਕ ਬਣਦਾ ਉਸ ਚੀਜ਼ ਦਾ ਕੋਈ, ਜਾਂ ਤੁਸੀਂ ਇਰਰੈਲੀਵੈਂਟ ਹੀ ਲਿਖਤਾ। ਸੋ ਪ੍ਰੈਜ਼ੈਂਟ ਆਈਡੀਆਜ਼ ਲੌਜੀਕਲੀ, ਤੁਹਾਡਾ ਜਿਹੜਾ ਲੈਵਲ ਆਫ ਨੌਲੇਜ ਹੈ ਉਹ ਤੋਂ ਚੈੱਕ ਹੁੰਦਾ ਕਿ ਜਿਹੜੇ ਆਈਡੀਆਜ਼ ਕਲੀਅਰਲੀ ਤੁਸੀਂ ਉਹ ਤੁਹਾਡੀ ਸਟੇਟਮੈਂਟ ਨੂੰ ਸਪੋਰਟ ਕਰਦੇ ਆ ਕਿ ਨਹੀਂ। ਸੈਕਿੰਡ, ਯੂਜ਼ ਪੈਰਾਗ੍ਰਾਫ। ਤੁਸੀਂ ਬੈਲੈਂਸਡ ਐਸੇ ਲਿਖ ਰਹੇ ਹੋ, ਬਟ ਐਡਵਾਂਟੇਜਸ ਡਿਸਐਡਵਾਂਟੇਜਸ ਇੱਕ ਦੇ ਵਿੱਚ ਹੀ ਤੁਸੀਂ ਮਿਕਸ ਕਰਤੀਆਂ, ਪ੍ਰੋਬਲਮ ਸੋਲਿਊਸ਼ਨ ਇੱਕ 'ਚ ਹੀ ਮਿਕਸ ਕਰਤਾ, ਤਾਂ ਉਹ ਚੀਜ਼ ਨਹੀਂ ਕਰਨੀ। ਤੁਸੀਂ ਅਲੱਗ-ਅਲੱਗ ਪੈਰਾਗ੍ਰਾਫ ਬਣਾਉਣੇ ਆ, ਇੱਕ ਦੇ ਵਿੱਚ ਪ੍ਰੋਬਲਮ ਲਿਖਣੀ ਆ, ਦੂਸਰੇ ਦੇ ਵਿੱਚ ਸੋਲਿਊਸ਼ਨ ਲਿਖਣਾ, ਇੱਕ ਦੇ ਵਿੱਚ ਐਡਵਾਂਟੇਜ ਲਿਖਣੀ ਆ, ਇੱਕ ਦੇ ਵਿੱਚ ਡਿਸਐਡਵਾਂਟੇਜ ਲਿਖਣੀ ਆ, ਇੱਕ ਦੇ ਵਿੱਚ ਐਗਰੀ ਦੀ ਗੱਲ ਕਰਨੀ ਆ ਤਾਂ ਦੂਸਰੇ ਦੇ ਵਿੱਚ ਡਿਸਐਗਰੀ ਦੀ ਗੱਲ ਕਰਨੀ ਆ।
ਸੋ ਜਦੋਂ ਤੁਸੀਂ ਅਲੱਗ-ਅਲੱਗ ਫੈਕਟਸ ਨੂੰ ਡਿਸਕ੍ਰਾਈਬ ਕਰਨਾ, ਅਲੱਗ-ਅਲੱਗ ਪੈਰਾਗ੍ਰਾਫਸ ਯੂਜ਼ ਕਰਨੇ ਆ। ਅਗਰ ਤੁਸੀਂ ਵਨ ਸਾਈਡਡ ਐਸੇ ਵੀ ਲਿਖ ਰਹੇ ਹੋ ਤਾਂ ਉਹਦੇ ਵਿੱਚ ਤੁਸੀਂ 4 ਪੁਆਇੰਟਸ ਕੰਸੀਡਰ ਕਰ ਰਹੇ ਹੋ, ਉਹਨਾਂ ਚਾਰਾਂ ਦੇ ਵਿੱਚੋਂ 2 ਨੂੰ ਇੱਕ ਪੈਰਾਗ੍ਰਾਫ ਦੇ ਵਿੱਚ ਲਿਖੋ, ਬਾਕੀ ਜਿਹੜੇ ਨੈਕਸਟ 2 ਆ ਉਹਨਾਂ ਨੂੰ ਨੈਕਸਟ ਪੈਰਾਗ੍ਰਾਫ ਬੋਡੀ ਦੇ ਵਿੱਚ ਲਿਖੋ। ਅਗਰ 6 ਲਿਖ ਰਹੇ ਹੋ ਉਹਨਾਂ ਨੂੰ 3 ਬੋਡੀ ਪੈਰਾਗ੍ਰਾਫ ਦੇ ਵਿੱਚ ਵੀ ਤੁਸੀਂ ਲਿਖ ਸਕਦੇ ਹੋ, 2 ਇੱਕ 'ਚ, ਫਿਰ ਨੈਕਸਟ ਦੇ ਵਿੱਚ, ਉਸ ਤੋਂ ਬਾਅਦ ਥਰਡ ਦੇ ਵਿੱਚ, ਤਾਂ ਉਹਨਾਂ ਨੂੰ 2 ਬੋਡੀ ਪੈਰਾਗ੍ਰਾਫ ਦੇ ਵਿੱਚ ਵੀ ਲਿਖ ਸਕਦੇ ਆ, ਇੱਕ ਦੇ ਵਿੱਚ 3 ਲਿਖਤੇ, ਨੈਕਸਟ 3 ਅਗਲੇ ਦੇ ਵਿੱਚ ਲਿਖਤੇ। ਇੰਟਰੋਡਕਸ਼ਨ ਐਂਡ ਕਨਕਲੂਜਨ ਉਦਾਂ ਹੀ 4 to 5 ਪੈਰਾਗ੍ਰਾਫਸ ਤੁਹਾਡੇ ਹੋਣੇ ਚਾਹੀਦੇ ਆ। ਆਈਡੀਆਜ਼ ਮੇਕ ਸੈਂਸ, ਉਹੀ ਚੀਜ਼ ਆ ਕਿ ਇਹ ਨਹੀਂ ਹੈ ਕਿ ਆਈਡੀਆਜ਼ ਤੁਸੀਂ ਲਿਖਤੇ, ਆਪਣੇ ਵਿਊ ਪੁਆਇੰਟ ਦੇਤਾ, ਬਟ ਉਸ ਚੀਜ਼ ਦਾ ਕੋਈ ਉਹ ਰੈਸ਼ਨਲ ਹੈ ਹੀ ਨਹੀਂ, ਕੋਈ ਉਹਦੀ ਸੈਂਸ ਹੀ ਨਹੀਂ ਬਣਦੀ। ਸੋ ਜਿਹੜੇ ਪ੍ਰੋਪਰਲੀ ਆਈਡੀਆਜ਼ ਤੁਸੀਂ ਲਿਖ ਰਹੇ ਹੋ ਉਹ ਸੈਂਸੀਬਲ ਹੋਣੇ ਚਾਹੀਦੇ ਆ, ਲੌਜੀਕਲ ਹੋਣਾ ਚਾਹੀਦਾ ਉਹਨਾਂ ਦਾ। ਥਰਡ ਵਨ ਇਜ਼ ਲੈਕਸੀਕਲ ਰਿਸੋਰਸਿਸ। ਲੈਕਸੀਕਲ ਰਿਸੋਰਸਿਸ ਦੇ ਵਿੱਚ ਆ ਜਾਂਦਾ ਤੁਹਾਡੀ ਵੋਕੈਬ, ਤੁਸੀਂ ਰੇਂਜ ਆਫ ਵੋਕੈਬਲਰੀ ਯੂਜ਼ ਕਰ ਰਹੇ ਹੋ ਕਿ ਨਹੀਂ ਕਰ ਰਹੇ, ਸਿਨੋਨਿਮਸ ਯੂਜ਼ ਕਰ ਰਹੇ ਹੋ ਨਹੀਂ ਕਰ ਰਹੇ, ਕਿ ਇੱਕ ਵਰਡ ਨੂੰ ਰਿਪੀਟ ਕਰ ਰਹੇ ਹੋ, ਤਾਂ ਉਹ ਚੀਜ਼ ਤੁਹਾਡੀ ਕੰਸੀਡਰ ਹੁੰਦੀ ਹੈ। ਇਹ ਨਹੀਂ ਹੈ ਕਿ ਤੁਸੀਂ ਵੋਕੈਬ ਯੂਜ਼ ਕਰਦੇ ਹੋ ਬਟ ਉਸ ਚੀਜ਼ ਦੀ ਕੋਈ ਸੈਂਸ ਹੀ ਨਹੀਂ ਬਣਦੀ, ਉੱਥੇ ਤੁਸੀਂ ਵਰਡ ਯੂਜ਼ ਕਰ ਰਹੇ ਹੋ ਬਟ ਉੱਥੇ ਉਹ ਵਰਡ ਦਾ ਮਤਲਬ ਕੁਛ ਹੋਰ ਨਿਕਲਦਾ, ਸੈਂਸ ਕੁਛ ਹੋਰ ਨਿਕਲਦੀ ਆ, ਉਹਦੇ ਨਾਲ ਤੁਹਾਡੀ ਪੂਰੀ ਸਟੇਟਮੈਂਟ ਹੀ ਚੇਂਜ ਹੋ ਜੂਗੀ। ਸੋ ਯੂਜ਼ ਵੋਕੈਬ ਨੈਚੁਰਲੀ, ਦੈਨ ਯੂਜ਼ ਕਰੈਕਟ ਸਪੈਲਿੰਗ, ਸਪੈਲਿੰਗ ਵੀ ਤੁਹਾਡੇ ਕਾਊਂਟ ਹੁੰਦੇ ਆ ਕਿ ਤੁਸੀਂ ਸਹੀ ਲਿਖਿਆ ਜਾਂ ਨਹੀਂ ਲਿਖਿਆ, ਉਹ ਵੀ ਚੀਜ਼। ਲਾਸਟ ਵਨ ਇਜ਼ ਗ੍ਰਾਮਰ ਐਂਡ ਐਕੂਰੇਸੀ। ਗ੍ਰਾਮਰ ਐਕੂਰੇਸੀ ਦੇ ਵਿੱਚ ਕੀ ਆ, ਗ੍ਰਾਮਰ ਦੇ ਵਿੱਚ ਆਪਾਂ ਨੂੰ ਪਤਾ ਟੈਂਸਸ ਚੈੱਕ ਹੁੰਦੇ ਆ, ਫਾਰਮ ਆਫ ਵਰਬਸ ਤੁਹਾਡੀਆਂ ਹੋ ਗਈਆਂ, ਤੁਸੀਂ ਕਰੈਕਟ ਯੂਜ਼ ਕਰ ਰਹੇ ਹੋ, ਡਿਫਰੈਂਟ ਸੈਂਟੈਂਸਿਸ ਆ, ਤੁਸੀਂ ਕੰਪਲੈਕਸ ਸੈਂਟੈਂਸ ਯੂਜ਼ ਕਰ ਰਹੇ ਹੋ, ਸਿੰਪਲ ਸੈਂਟੈਂਸ ਯੂਜ਼ ਕਰ ਰਹੇ ਹੋ, ਕੰਪਾਊਂਡ ਸੈਂਟੈਂਸ ਯੂਜ਼ ਕਰ ਰਹੇ ਹੋ, ਤਾਂ ਇਹ ਵੀ ਤੁਹਾਡੀ ਚੀਜ਼ ਕੰਸੀਡਰ ਹੁੰਦੀ ਆ। ਸੋ ਇਹ ਕੀ ਆ, 4 ਫੈਕਟਰ ਨੇ ਜਿਹੜੇ ਤੁਹਾਡੇ ਜਦੋਂ ਟਾਸਕ 2 ਤੁਸੀਂ ਲਿਖਿਆ, ਉਸ ਟਾਸਕ 2 ਦੀ ਤੁਹਾਡੀ ਜਦੋਂ ਮਾਰਕਿੰਗ ਹੋਣੀ ਆ, ਸਕੋਰਿੰਗ ਹੋਣੀ ਆ, ਉਹ ਇਹਨਾਂ 4 ਪੁਆਇੰਟਸ ਦੇ ਵਿੱਚ ਹੀ ਬੇਸਡ ਹੋਣੀ ਆ। ਇਹ 4 ਕਾਲਮ ਬਣੇ ਹੁੰਦੇ ਆ, ਉਹਦੇ ਵਿੱਚ ਆ ਜਾਂਦਾ ਟਾਸਕ ਅਚੀਵਮੈਂਟ, ਓਕੇ ਆ, ਇਹਦੇ ਵਿੱਚ ਇੰਨਾ ਠੀਕ ਹੈ, ਇਹ 6 ਬੈਂਡ ਸਕੋਰ ਦੇ ਇਕੁਇਵਲੈਂਟ ਆ, ਠੀਕ ਹੈ। ਕੋਹਰੈਂਸ ਐਂਡ ਕੋਹੀਜ਼ਨ ਦੇ ਵਿੱਚ ਆਈਡੀਆਜ਼ ਲੌਜੀਕਲੀ ਆ, ਪੈਰਾਗ੍ਰਾਫ ਯੂਜ਼ਡ, ਆਈਡੀਆਜ਼ ਮੇਕ ਸੈਂਸ, then vocab okay ਆ, spelling okay, grammatic ਦੇ ਵਿੱਚ different type of sentence used ਆ, correct tense used ਆ, verb ਦੀ form ਆ, ਤਾਂ ਉਹਦੇ according ਹੀ ਜਿਹੜਾ ਤੁਹਾਡਾ ਬੈਂਡ ਸਕੋਰ ਆ ਸਾਰਿਆਂ ਨੂੰ ਓਵਰਆਲ ਕਰਕੇ 6, 6.5, 7, 8 ਤਾਂ ਜਾਂ 5, 5.5, ਅਗਰ ਤੁਹਾਡੇ 5 ਬੈਂਡ ਸਕੋਰ ਰਹਿੰਦੇ ਆ ਤਾਂ ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿ ਤੁਹਾਡੀ ਕਿਸ ਪੁਆਇੰਟ ਦੇ ਵਿੱਚ ਆ ਕੇ ਪ੍ਰੋਬਲਮ ਆਉਂਦੀ ਆ, ਤਾਂ ਤੁਹਾਡੇ ਬੈਂਡ ਸਕੋਰ ਇੰਪਰੂਵ ਨਹੀਂ ਹੁੰਦੇ। ਸੋ ਅੱਜ ਦੀਆਂ ਜਿਹੜੀਆਂ ਚੀਜ਼ਾਂ ਨੇ ਜਾਂ ਗੱਲਾਂ ਨੇ, ਇਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਜਦੋਂ ਰਾਈਟਿੰਗ ਟਾਸਕ 2 ਅਟੈਂਪਟ ਕਰਨਾ, ਤਾਂ ਕਿ ਜਿਹੜਾ ਤੁਹਾਡਾ ਅਚੀਵੇਬਲ ਬੈਂਡ ਸਕੋਰ ਆ ਉਹ ਤੁਸੀਂ ਆਪਣਾ ਲੈ ਸਕੋ। ਅਗਰ ਤੁਹਾਨੂੰ 6 ਬੈਂਡ ਚਾਹੀਦੇ ਆ, ਤੁਹਾਨੂੰ 7 ਚਾਹੀਦੇ ਆ, 8 ਚਾਹੀਦੇ ਆ, ਉਹ ਡਿਪੈਂਡ ਕਰਦਾ ਤੁਹਾਡੀ ਰਿਕੁਆਇਰਮੈਂਟ ਦੇ ਉੱਪਰ। ਸੋ ਇਹਨਾਂ ਪੁਆਇੰਟਸ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਆਪਣਾ ਡਿਜ਼ਾਇਰੇਬਲ ਬੈਂਡ ਸਕੋਰ ਅਚੀਵ ਕਰ ਸਕਦੇ ਹੋ। ਹੋਪ ਸੋ ਇਹ ਵੀਡੀਓ, ਇਹ ਜਿਹੜੇ ਫੈਕਟਸ ਆ ਤੁਹਾਡੇ ਲਈ ਹੈਲਪਫੁਲ ਹੋਣਗੇ। Thank you students.